ਉਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਵੀ ਦੀਪ ਸਿੱਧੂ ਉਸ ਟਾਈਮ ਆ ਜਿਹੜਾ ਉਸ ਟਾਈਮ ਤਾਂ ਕਹਿ ਰਿਹਾ ਸੀ ਮੈਂ ਕਿਸਾਨਾਂ ਦਾ ਹਮਦਰਦੀ ਆ, ਤੇ ਹੁਣ ਉਹਨੇ ਇੱਕੋ ਦਮ 8 ਅਪ੍ਰੈਲ ਦੀ ਜਿਹੜੀ ਸਟੇਟਮੈਂਟ ਆ ਤਾਂ ਯੂ ਟਰਨ ਮਾਰ ਲਈ। ਉਸ ਸਟੇਟਮੈਂਟ ਦੇ ਵਿੱਚ ਉਹਨੇ ਕਿਹਾ ਵੀ ਮੇਰੇ ਖਿਲਾਫ ਆ ਕੋਈ ਵੀ ਸਬੂਤ ਨਹੀਂ ਵੀ ਮੈਂ ਕੋਈ ਸਟੇਜ ਦੇ ਉੱਤੇ ਭੜਕਾਊ ਭਾਸ਼ਣ ਦਿੱਤਾ ਜਾਂ ਮੈਂ ਲਾਲ ਕਿਲੇ ਤੇ ਕਿਸੇ ਨੂੰ ਲੈ ਕੇ ਗਿਆ। ਕਮੇਟੀ ਦਾ ਪਾਰਟ ਲੱਖਾ ਵੀਰ ਜੀ ਨੇ ਜਿਹੜਾ ਉਹਨਾਂ ਨੂੰ ਵੀ ਬਣਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਉਸ ਟਾਈਮ ਮਨਾ ਕਰਤਾ ਸੀ ਵੀ ਮੈਂ ਜਿਹੜੀ 5 ਮੈਂਬਰੀ ਕਮੇਟੀ ਦਾ ਮੈਂਬਰ ਨਹੀਂ ਬਣੂ। ਜਿੱਦੇ 26 ਜਨਵਰੀ ਸੀ ਵੀ ਆਪਾਂ ਇੱਥੋਂ ਜਾਵਾਂਗੇ ਤੇ ਆਪਣੇ ਨਾਲ ਯੂਥ ਨੂੰ ਇੱਕ ਭੜਕਾਊ ਭਾਸ਼ਣ ਦੇ ਕੇ ਆਪਣੇ ਨਾਲ ਜੋੜਿਆ ਤੇ ਲਾਲ ਕਿਲੇ ਤੇ ਪਹੁੰਚੇ। ਉਹ ਲਾਲ ਕਿਲੇ ਤੇ ਗਏ ਨੇ, ਸਭ ਤੋਂ ਪਹਿਲਾਂ ਗਏ ਨੇ ਤੇ ਉੱਥੇ ਜਾ ਕੇ ਵੀਡੀਓ ਵਾਇਰਲ ਕਰਦੇ ਨੇ, ਫੋਟੋਆਂ ਵਾਇਰਲ ਕਰਦੇ ਨੇ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ਤੇ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ। ਪਿਛਲੀ 8 ਤਰੀਕ ਨੂੰ ਵੀ ਦੀਪ ਸਿੱਧੂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਹੋਈ ਤੇ ਇਸ ਦੌਰਾਨ ਉਹਨਾਂ ਨੇ ਆਪਣੇ ਵਕੀਲ ਦੇ ਜ਼ਰੀਏ ਇੱਕ ਸਟੇਟਮੈਂਟ ਦਿੱਤੀ। ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਗਏ। ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਐਡਵੋਕੇਟ ਰਮਨਦੀਪ ਕੌਰ ਹੋਰਾਂ ਕੋਲ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਭ ਤੋਂ ਪਹਿਲਾਂ ਤਾਂ ਏਕਮ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ ਮੈਡਮ, ਜਿਹੜੀ 8 ਅਪ੍ਰੈਲ ਨੂੰ ਜਿਹੜਾ ਦੀਪ ਸਿੱਧੂ ਨੇ ਆਪਣੀ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਇੱਕ ਸਟੇਟਮੈਂਟ ਦਿੱਤੀ ਸੀ ਆਪਣੇ ਵਕੀਲ ਦੇ ਜ਼ਰੀਏ, ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਪਹਿਲਾਂ ਤਾਂ ਜਿਹੜੀ ਉਹ ਸਟੇਟਮੈਂਟ ਆ ਸਾਡੇ ਅਕੋਰਡਿੰਗ ਉਹਨੇ ਇੱਕ ਯੂ ਟਰਨ ਮਾਰਿਆ। ਜਿਹੜੇ ਲੋਕ ਆ ਜਿਹੜੇ ਸਵਾਲ ਕਰ ਰਹੇ ਨੇ, ਲੋਕਾਂ ਦੇ ਮਾਈਂਡ ਸੈੱਟ ਆ ਉਹਦੇ ਅਕੋਰਡਿੰਗ ਆ ਜਿਹੜਾ ਉਹਨੇ ਯੂ ਟਰਨ ਮਾਰਿਆ। ਉਹ ਸਟੇਟਮੈਂਟ ਦੇ ਵਿੱਚ ਉਹਨੇ ਕਿਹਾ ਵੀ ਮੇਰੇ ਖਿਲਾਫ ਆ ਕੋਈ ਵੀ ਸਬੂਤ ਨਹੀਂ ਵੀ ਮੈਂ ਕੋਈ ਸਟੇਜ ਦੇ ਉੱਤੇ ਭੜਕਾਊ ਭਾਸ਼ਣ ਦਿੱਤਾ ਜਾਂ ਮੈਂ ਲਾਲ ਕਿਲੇ ਤੇ ਕਿਸੇ ਨੂੰ ਲੈ ਕੇ ਗਿਆ। ਸੋ ਇਹ ਚੀਜ਼ਾਂ ਨੇ ਜਿਹੜੀਆਂ, ਤੇ ਦੂਸਰੀ ਗੱਲ ਉਹਨੇ ਕਿਹਾ ਮੈਂ ਕਿਸੇ ਯੂਨੀਅਨ ਦਾ ਮੈਂਬਰ ਨਹੀਂ, ਮੈਂ ਕਿਸਾਨੀ ਅੰਦੋਲਨ ਤੋਂ ਬਹੁਤ ਟਾਈਮ ਦਾ ਬਾਹਰ ਹੋ ਚੁੱਕਿਆ ਸੀ। ਜੇ ਉਹ ਕਿਸਾਨੀ ਅੰਦੋਲਨ ਤੋਂ ਬਹੁਤ ਟਾਈਮ ਦਾ ਬਾਹਰ ਸੀ ਤਾਂ ਹੁਣ ਤੱਕ ਉਹ ਕਿਸਾਨ ਅੰਦੋਲਨ ਦੇ ਨਾਲ ਇੱਦਾਂ ਜਿਹੜੇ ਉਹ ਏਕੇ ਦੇ ਸੰਕੇਤ ਜਾਂ ਸਿਰ ਨਾਲ ਸਿਰ ਜੋੜ ਕੇ ਏਕੇ ਨਾਲ ਆਪਾਂ ਜਿਹੜਾ ਕਿਸਾਨ ਮੋਰਚੇ ਦੇ ਨਾਲ ਖੜਾ ਰਹਿਣਾ, ਇਹ ਸਭ ਗੱਲਾਂ ਕਿਉਂ ਕਰਦਾ ਸੀ? ਸੋ ਇਹ ਚੀਜ਼ਾਂ ਨੇ ਜਿਹੜੀਆਂ ਇੱਕ 8 ਤਰੀਕ ਦੀ ਸਟੇਟਮੈਂਟ ਤੋਂ ਬਾਅਦ ਜਿਹੜੀ ਉਹਨਾਂ ਦੇ ਵਕੀਲ ਦੁਆਰਾ ਕੋਰਟ ਦੇ ਵਿੱਚ ਦਿੱਤੀ ਗਈ ਆ, ਇਹ ਸਵਾਲ ਕਰਦੇ ਸਾਨੂੰ ਜਿਹੜਾ ਉਹ ਸੋਚਣ ਲਈ ਮਜਬੂਰ ਕਰਦੇ ਆ। ਜੀ ਮਾਮਾ, ਕੋਰਟ ਨੇ ਕਿਹਾ ਗਿਆ ਕਿ 25 ਤਰੀਕ ਨੂੰ ਜਿਹੜਾ ਦੀਪ ਸਿੱਧੂ ਨੇ ਭਾਸ਼ਣ ਦਿੱਤਾ ਸੀ ਉਹਨੂੰ ਟਰਾਂਸਲੇਟ ਕਰਕੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਹੜਾ 25 ਤਰੀਕ ਨੂੰ ਉਹਨੇ ਭਾਸ਼ਣ ਦਿੱਤਾ ਸੀ ਸਟੇਜ ਦੇ ਉੱਤੋਂ, ਪਹਿਲਾਂ ਤਾਂ ਉਹਨਾਂ ਦੀ 5 ਮੈਂਬਰੀ ਜਿਹੜੀ ਕਮੇਟੀ ਬਣੀ ਸੀ ਜਿਹਦੀ KFC ਦੇ ਕੋਲੇ ਆ ਜਿਹੜੀ ਮੀਟਿੰਗ ਹੋਈ ਸੀ, ਉਸ ਕਮੇਟੀ ਦਾ ਪਾਰਟ ਲੱਖਾ ਵੀਰ ਜੀ ਨੇ ਜਿਹੜਾ ਉਹਨਾਂ ਨੂੰ ਵੀ ਬਣਾਉਣਾ ਚਾਹੁੰਦੇ ਸੀ, ਪਰ ਉਹਨਾਂ ਨੇ ਉਸ ਟਾਈਮ ਮਨਾ ਕਰਤਾ ਸੀ ਵੀ ਮੈਂ ਜਿਹੜੀ 5 ਮੈਂਬਰੀ ਕਮੇਟੀ ਦਾ ਮੈਂਬਰ ਨਹੀਂ ਬਣੂ। ਉਹਨਾਂ ਨੇ ਮਨਾ ਕਿਉਂ ਕੀਤਾ ਸੀ? ਤੇ ਦੂਸਰੀ ਗੱਲ ਇਹ ਹੈ ਵੀ ਜਿਹੜੀ ਉਹ 5 ਮੈਂਬਰੀ ਕਮੇਟੀ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ ਲਾਲ ਕਿਲੇ ਵਾਲੀ ਜਿਹੜੀ ਵੀ ਉਹਨਾਂ ਨੇ ਮਿਥਿਆ ਸੀ, ਟਾਈਮ ਮਿਥਿਆ ਸੀ ਜਾਂ ਉੱਥੇ ਜਾਣਾ ਸੀ, ਸਾਡੇ ਇੱਕ ਮੋਰਚੇ ਨੂੰ ਜਿਹੜੇ ਹੱਕ ਸੱਚ ਦਾ ਮੋਰਚਾ ਉਹਨੂੰ ਇੱਕ ਧਾਰਮਿਕ ਭਾਵਨਾਵਾਂ ਦੇ ਨਾਲ ਖੇਲ ਕੇ ਧਾਰਮਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ 5 ਮੈਂਬਰੀ ਕਮੇਟੀ ਦੇ ਵਿੱਚ 26 ਤਰੀਕ ਨੂੰ ਕੀਤੀਆਂ ਗਈਆਂ ਨੇ ਤੇ ਸਟੇਜ ਦੇ ਉੱਤੇ ਵੀ 5 ਮੈਂਬਰੀ ਕਮੇਟੀ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ ਜਿਹੜਾ ਦੀਪ ਸਿੱਧੂ ਨੇ ਸਟੇਜ ਦੇ ਉੱਤੋਂ ਬੋਲਿਆ ਹੈ। ਸੋ ਇਹ ਚੀਜ਼ਾਂ ਨੇ ਜਿਹੜੀਆਂ 25 ਤਰੀਕ ਨੂੰ ਉਹਨਾਂ ਨੇ ਮਿਥੀਆਂ ਸੀ ਵੀ ਆਪਾਂ 26 ਤਰੀਕ ਨੂੰ ਜਿੱਦੇ 26 ਜਨਵਰੀ ਸੀ ਵੀ ਆਪਾਂ ਇੱਥੋਂ ਜਾਵਾਂਗੇ ਤੇ ਆਪਣੇ ਨਾਲ ਯੂਥ ਨੂੰ ਇੱਕ ਭੜਕਾਊ ਭਾਸ਼ਣ ਦੇ ਕੇ ਆਪਣੇ ਨਾਲ ਜੋੜਿਆ ਤੇ ਲਾਲ ਕਿਲੇ ਤੇ ਪਹੁੰਚੇ। ਤੇ ਉਹ ਇਹ ਕਹਿ ਰਹੇ ਨੇ ਵੀ ਸਾਡੇ ਕੋਲੇ ਸਬੂਤ ਨਹੀਂ ਹੈਗਾ, ਮੇਰੇ ਖਿਲਾਫ ਇਹਨਾਂ ਕੋਲ ਕਿਸੇ ਕੋਲ ਸਬੂਤ ਨਹੀਂ ਹੈਗਾ। ਉਹ ਲਾਲ ਕਿਲੇ ਤੇ ਗਏ ਨੇ, ਸਭ ਤੋਂ ਪਹਿਲਾਂ ਗਏ ਨੇ ਤੇ ਉੱਥੇ ਜਾ ਕੇ ਵੀਡੀਓ ਵਾਇਰਲ ਕਰਦੇ ਨੇ, ਫੋਟੋਆਂ ਵਾਇਰਲ ਕਰਦੇ ਨੇ ਤੇ ਉੱਥੇ ਜਾ ਕੇ ਨਾਅਰੇਬਾਜ਼ੀ ਕਰਦੇ ਆ ਜਿਹੜੀ ਕਿ ਸਾਡੇ ਧਾਰਮਿਕ ਮੁੱਦੇ ਦੇ ਨਾਲ ਜੁੜੀ ਹੋਈ ਆ। ਸਾਡੇ ਜਿਹੜੇ ਮੋਰਚੇ ਨੂੰ ਧਾਰਮਿਕ ਭਾਵਨਾ ਨਾਲ ਖੇਲ ਕੇ ਉਹ ਰੂਪ ਦੇਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਜਿਹੜਾ ਸਾਡਾ ਸਿੱਖੀ ਦਾ ਉਹ ਝੰਡਾ ਲਹਿਰਾ ਰਹੇ ਨੇ। ਤੇ ਦੂਸਰੀ ਗੱਲ ਉੱਥੇ ਕਹਿ ਰਹੇ ਨੇ ਸਾਡੀ ਤਿਰੰਗੇ ਦੇ ਨਾਲ ਲੜਾਈ ਆ, ਸਾਡੀ
ਸਾਡੀ ਪਹਿਲੀ ਗੱਲ ਤਾਂ ਕਿਸੇ ਵੀ ਨਾ ਤਿਰੰਗੇ ਦੇ ਨਾਲ ਤੇ ਨਾ ਸਿੱਖੀ ਦੇ ਝੰਡੇ ਨਾਲ ਲੜਾਈ ਨਹੀਂ। ਸਾਡੀ ਇੱਕ ਜਿਹੜੇ ਕਾਨੂੰਨ ਗਲਤ ਬਣਾਏ ਗਏ ਨੇ ਕਿਸਾਨਾਂ ਦੇ ਖਿਲਾਫ ਤੇ ਸਾਡੀ ਸਰਕਾਰ ਨਾਲ ਆ ਜਿਹੜੀ ਉਹ ਵਿਚਾਰਾਂ ਦੀ ਲੜਾਈ ਆ। ਸਾਡੀ ਨਾ ਤਾਂ ਕਿਸੇ ਧਾਰਮਿਕ ਮੁੱਦੇ ਦੀ ਲੜਾਈ ਆ, ਨਾ ਹੀ ਸਾਡੀ ਕਿਸੇ ਤਿਰੰਗੇ ਨਾਲ ਲੜਾਈ ਆ ਤੇ ਨਾ ਹੀ ਸਾਡੀ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਨਾਲ ਲੜਾਈ ਆ। ਸਾਡੀ ਲੜਾਈ ਸਿਰਫ ਤੇ ਸਿਰਫ ਆ ਜਿਹੜੀ ਉਹ ਵਿਚਾਰਾਂ ਦੀ ਆ। ਜਿਹੜੇ ਤਿੰਨ ਆ ਜਿਹੜੇ ਉਹ ਕਾਨੂੰਨ ਪਾਸ ਕੀਤੇ ਗਏ ਨੇ, ਪਰ ਜਿਹੜੇ ਦੀਪ ਸਿੱਧੂ ਦੇ ਉਸ ਟਾਈਮ ਭਾਸ਼ਣ ਦਿੱਤੇ ਗਏ ਨੇ ਜਾਂ ਵੀਡੀਓ ਵਾਇਰਲ ਕੀਤੀਆਂ ਗਈਆਂ ਨੇ, ਉਸ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਵੀ ਦੀਪ ਸਿੱਧੂ ਉਸ ਟਾਈਮ ਆ ਜਿਹੜਾ ਉਸ ਟਾਈਮ ਤਾਂ ਕਹਿ ਰਿਹਾ ਸੀ ਮੈਂ ਕਿਸਾਨਾਂ ਦਾ ਹਮਦਰਦੀ ਆ, ਤੇ ਹੁਣ ਉਹਨੇ ਇੱਕੋ ਦਮ 8 ਅਪ੍ਰੈਲ ਦੀ ਜਿਹੜੀ ਸਟੇਟਮੈਂਟ ਆ ਤਾਂ ਯੂ ਟਰਨ ਮਾਰ ਲਿਆ। ਜੀ, ਜੇਕਰ ਦੀਪ ਸਿੱਧੂ ਦੇ ਪੱਖ ਦੇ ਲੋਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹੈਗੇ ਕਿ ਦੀਪ ਸਿੱਧੂ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਜਿਹੜਾ ਕਿਸਾਨਾਂ ਦੇ ਹੱਕਾਂ ਲਈ ਆਇਆ ਸੀਗਾ, ਉਹ ਜਿਹੜਾ ਮੁੰਬਈ ਦੇ ਵਿੱਚ ਇੱਕ ਵਧੀਆ ਅਦਾਰਿਆਂ ਦਾ ਜਿਹੜਾ ਵਕੀਲ ਸੀਗਾ, ਫਿਲਮਾਂ ਦੇ ਵਿੱਚ ਉਹ ਕੰਮ ਕਰ ਰਿਹਾ ਸੀ, ਉਹਨੂੰ ਕੀ ਲੋੜ ਸੀਗੀ ਕਿ ਉਹ ਇਹਨਾਂ ਕੁਝ ਛੱਡ ਕੇ ਉਹ ਕਿਸਾਨੀ ਬਾਰੇ ਸੋਚਦਾ ਸੀ, ਪੰਜਾਬ ਬਾਰੇ ਸੋਚਦਾ ਸੀਗਾ, ਉਹ ਤਾਂ ਇੱਥੇ ਆਇਆ ਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਜਿਹੜੇ ਉਹਦੇ ਪੱਖ ਦੇ ਵਿੱਚ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਿਲਕੁਲ, ਜਿਹੜੇ ਉਹਦੇ ਪੱਖ ਦੇ ਵਿੱਚ ਨੇ, ਚਾਹੇ ਸਾਡਾ ਯੂਥ ਆ ਜਾਂ ਸਾਡੇ ਬਜ਼ੁਰਗ, ਕੋਈ ਵੀ ਉਹਦੇ ਪੱਖ ਦੇ ਵਿੱਚ ਆ, ਉਹਨਾਂ ਨੂੰ ਮੈਂ ਇੱਕੋ ਹੀ ਸਵਾਲ ਪੁੱਛਣਾ ਚਾਹੂੰਗੀ ਵੀ ਜਿਹੜੇ ਲੋਕ ਰਕੇਸ਼ ਡਕੈਤ ਜੀ ਨੇ, ਆਪਣੇ ਲੀਡਰ ਰਾਜੇਵਾਲ ਜੀ ਨੇ, ਤੇ ਆਪਣੇ ਇਤਿਹਾਸ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੇ ਹੋਏ ਨੇ, ਜਿੱਦਾਂ ਕਿ ਭਗਤ ਪੂਰਨ ਸਿੰਘ ਜੀ ਹੋਇਆ, ਸ਼ਹੀਦ ਭਗਤ ਸਿੰਘ ਜੀ ਹੋਇਆ, ਉਹ ਵੀ ਇਦਾਂ ਦੀਆਂ ਫੈਮਲੀਆਂ ਤੋਂ, ਬਹੁਤ ਜ਼ਿਆਦਾ ਅਮੀਰ ਫੈਮਲੀਆਂ ਤੋਂ ਬਿਲੋਂਗ ਕਰਦੇ ਸੀ, ਬਹੁਤ ਜ਼ਿਆਦਾ ਅਮੀਰ ਫੈਮਲੀ ਤੋਂ ਸੀ, ਜਿਹੜੇ ਫਿਰ ਵੀ ਆ ਕੇ ਸੇਵਾ ਲਈ ਖੜੇ ਸੀ। ਤੇ ਹੁਣ ਸਾਡੇ ਇਸੇ ਤਰ੍ਹਾਂ ਡਕੈਤ ਜੀ ਨੇ ਲੀਡਰ ਤੇ ਰਾਜੇਵਾਲ ਜੀ ਨੇ, ਜਿਹੜੇ ਲਗਾਤਾਰ ਸਾਡੇ ਕਿਸਾਨੀ ਸੰਘਰਸ਼ ਦੇ ਵਿੱਚ ਸੇਵਾ ਕਰ ਰਹੇ ਨੇ। ਜੇ ਉਹ ਇਦਾਂ ਕਹਿ ਰਿਹਾ ਵੀ ਮੈਂ ਆਪਣਾ ਐਸ਼ੋ ਆਰਾਮ ਤਿਆਗ ਕੇ ਆਇਆ, ਨਾ ਤਾਂ ਕਿਸੇ ਨੂੰ ਇੱਥੇ ਮਜਬੂਰ ਕੀਤਾ ਗਿਆ ਤੇ ਨਾ ਕਿਸੇ ਨੂੰ ਇੱਥੇ ਧੱਕੇ ਨਾਲ ਲਿਆਂਦਾ ਗਿਆ। ਜੋ ਵੀ ਇੱਥੇ ਆਉਂਦਾ ਆਪਣੀ ਮਰਜ਼ੀ ਨਾਲ ਆਉਂਦਾ। ਜੇ ਕਿਸੇ ਨੂੰ ਵਾਕਈ ਦਿਲ ਤੋਂ ਹਮਦਰਦ ਹੈਗਾ ਉਸ ਇਹ ਚੀਜ਼ ਦਾ ਜਾਂ ਦਿਲੋਂ ਜੁੜਿਆ, ਉਹ ਇਨਸਾਨ ਆ ਜਿਹੜਾ ਉਹ ਇੱਥੇ ਆ ਰਿਹਾ। ਜੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਜੇ ਮੈਨੂੰ ਕੋਈ ਕਹੂਗਾ ਵੀ ਧੱਕੇ ਨਾਲ ਆ ਚੀਜ਼ ਕਰ, ਤਾਂ ਮੈਂ ਕਦੇ ਨਹੀਂ ਕਰੂੰਗੀ, ਕਿਉਂਕਿ ਜੇ ਮੈਂ ਉਸ ਚੀਜ਼ ਨਾਲ ਦਿਲ ਤੋਂ ਜੁੜੀ ਹੂੰ ਤਾਂ ਜਾਊਂਗੀ। ਹੁਣ ਅਸੀਂ ਉੱਥੇ ਧਰਨੇ ਦੇ ਵਿੱਚ ਜਾ ਕੇ ਆਏ ਹਾਂ, ਕਿਸਾਨੀ ਅੰਦੋਲਨ 'ਚ ਉੱਥੇ ਰਹਿ ਕੇ ਆਏ ਹਾਂ, ਉੱਥੇ ਸਾਨੂੰ ਕੋਈ ਧੱਕੇ ਨਾਲ ਤਾਂ ਕਿਸੇ ਨੇ ਰੱਖਿਆ ਨਹੀਂ ਸੀ। ਸਾਡੇ ਪਰਿਵਾਰ 'ਚੋਂ ਜੇ ਕੋਈ ਖੇਤੀ ਕਰਦਾ ਸੀ ਜਾਂ ਅਸੀਂ ਦਿਲ ਤੋਂ ਜੁੜੇ ਹੋਏ ਹਾਂ ਮਿੱਟੀ ਨਾਲ, ਆਪਣੀ ਨਾਲ, ਕਿਉਂਕਿ ਸ਼ੁਰੂ ਦੇ ਉੱਤੋਂ ਸਾਡੇ ਪਰਿਵਾਰ 'ਚ ਖੇਤੀ ਕੀਤੀ ਗਈ ਆ, ਸੋ ਉਸ ਮਿੱਟੀ ਨਾਲ ਜੁੜ ਗਏ ਹਾਂ ਅਸੀਂ। ਸੋ ਇਸੇ ਲਈ ਆਪਾਂ ਜਜ਼ਬਾਤੀ ਹੋ ਕੇ ਜਾਂਦੇ ਹਾਂ। ਕੋਈ ਨਾ ਤਾਂ ਆਪਣੇ ਐਸ਼ੋ ਆਰਾਮ ਧੱਕੇ ਨਾਲ ਤਿਆਗ ਕੇ ਆਉਂਦਾ ਤੇ ਨਾ ਹੀ ਕਿਸੇ ਨੂੰ ਧੱਕੇ ਨਾਲ ਲਿਆਂਦਾ ਜਾਂਦਾ। ਸੋ ਜਿੰਨੇ ਲੋਕ ਵੀ ਉੱਥੇ ਬੈਠੇ ਨੇ ਜਾਂ ਸਾਡੇ ਲੀਡਰ ਨੇ ਜਾਂ ਕੋਈ ਜਿੰਨਾ ਵੀ ਅਮੀਰ ਉੱਥੇ ਬੈਠਾ, ਤਾਂ ਉਹ ਕੋਈ ਧੱਕੇ ਨਾਲ ਨਹੀਂ ਆਇਆ, ਆਪਣੀ ਮਰਜ਼ੀ ਨਾਲ ਐਸ਼ੋ ਆਰਾਮ ਤਿਆਗ ਕੇ ਆਇਆ। ਸੋ ਜੇ ਦੀਪ ਸਿੱਧੂ ਵੀ ਆਇਆ, ਉਹ ਆਪਣੀ ਮਰਜ਼ੀ ਨਾਲ ਆਇਆ, ਨਾ ਕਿਸੇ ਨੂੰ ਧੱਕੇ ਨਾਲ ਬੁਲਾਇਆ ਤੇ ਨਾ ਹੀ ਇਹ ਕਿਹਾ ਵੀ ਤੂੰ ਆਪਣੇ ਐਸ਼ੋ ਆਰਾਮ ਜਿਹੜੇ ਛੱਡ। ਜੀ, ਤੁਸੀਂ ਜਿਹੜਾ ਕਾਫੀ ਲੰਮਾ ਸਮਾਂ ਕਿਸਾਨੀ ਅੰਦੋਲਨ ਦੇ ਵਿੱਚ ਰਹੇ, ਲੋਕਾਂ ਦੇ ਵਿੱਚ ਉੱਥੇ ਰਹਿ ਕੇ ਵਿਚਰੇ ਹੈਗੇ ਹੋ ਤੁਸੀਂ, ਲੋਕ ਕੀ ਸੋਚਦੇ ਆ? ਜਿਹੜੇ ਲੋਕ ਨੇ ਉਹ ਦੇਖੋ, ਲੋਕਾਂ ਦਾ ਸੋਚ ਆ ਜਿਹੜੀ ਉਹ ਸਭ ਦੀ ਅਲੱਗ-ਅਲੱਗ ਹੁੰਦੀ ਆ, ਪਰ ਜਿਹੜੇ ਉੱਥੇ ਵਾਕਈ ਬੈਠੇ ਨੇ, ਜਿਹੜੇ ਸਾਡੇ ਕਿਸਾਨ ਨੇ ਬੈਠੇ ਨੇ ਉੱਥੇ, ਉਹਨਾਂ ਦਾ ਸੋਚਣਾ ਇਹ ਆ ਵੀ ਪਹਿਲਾਂ ਉਹ ਇੱਕੋ ਦਮ ਸ਼ੁਰੂ ਦੇ ਉੱਤੋਂ ਉਹਨੇ ਸ਼ੰਭੂ ਮੋਰਚਾ ਜਿਹੜਾ ਉਹ ਸਟਾਰਟ ਕੀਤਾ, ਕਿਉਂਕਿ ਜਿਹੜਾ ਸ਼ੰਭੂ ਮੋਰਚਾ ਸੀ, ਸਾਡੀਆਂ ਹੋਰ ਵੀ ਬਹੁਤ ਮਹਾਨ ਸ਼ਖਸੀਅਤਾਂ ਉੱਥੇ ਆਈਆਂ ਸੀ, ਪਰ ਜਿਹੜਾ ਬਾਅਦ ਦੇ ਵਿੱਚ ਸ਼ੰਭੂ ਮੋਰਚਾ ਟਿਕਿਆ ਰਿਹਾ ਉਹ ਦੀਪ ਸਿੱਧੂ ਨੇ ਸਟਾਰਟ ਕੀਤਾ ਸੀ। ਜੇ ਉਹ ਮੋਰਚਾ ਦੀਪ ਸਿੱਧੂ ਨੇ ਸਟਾਰਟ ਕੀਤਾ ਸੀ, ਜੇ ਉਹ ਵਾਕਈ ਜੁੜਿਆ ਹੋਇਆ ਸੀ, ਤਾਂ ਹੁਣ ਉਹ ਇਹ ਸੋਚਦੇ ਨੇ ਵੀ 8 ਤਰੀਕ ਨੂੰ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਆ, ਉਹਨੇ ਉਹਦੇ ਵਿੱਚ ਇੱਦਾਂ ਕਿਉਂ ਕਿਹਾ ਵੀ ਮੈਂ ਕਿਸਾਨਾਂ ਦੇ ਨਾਲ ਨਹੀਂ ਹੈਗਾ। ਤੇ ਇਹ ਸਾਡਾ ਸੋਚਣਾ ਬਣਦਾ ਵੀ ਆ, ਕਿਉਂਕਿ ਇੱਕੋ ਦਮ ਯੂ ਟਰਨ ਮਾਰਨ ਤੇ ਉਹ ਕਿਉਂ ਮਜਬੂਰ ਹੋ ਗਿਆ। ਕਿਉਂਕਿ ਜੇ ਲੋਕਾਂ ਦਾ ਸੋਚਣਾ ਇਹ ਹੈ ਵੀ ਜਾਂ ਤਾਂ ਉਹ ਕਿਸੇ ਪਾਰਟੀ ਕਰਕੇ ਆਇਆ ਸੀ, ਕਿਉਂਕਿ ਪੋਲੀਟੀਕਲ ਪਾਰਟੀਆਂ ਵੀ ਇਨਫਲੂਐਂਸ ਕਰਦੀਆਂ ਨੇ ਬੰਦੇ ਨੂੰ। ਹੁਣ ਅਸੀਂ ਇਹ ਸਵਾਲ ਕਰਦੇ ਹਾਂ ਕਿਉਂਕਿ ਸਾਨੂੰ ਨਹੀਂ ਪਤਾ ਵੀ ਉਹ ਕਿਸੇ ਪਾਰਟੀ ਕਰਕੇ ਆਇਆ ਸੀ ਜਾਂ ਕਿੱਦਾਂ ਆਇਆ ਸੀ, ਪਰ ਜੇ ਉਹ ਵਾਕਈ ਜੁੜਿਆ ਸੀ ਤਾਂ ਉਹਨੂੰ ਇੱਦਾਂ ਕਹਿਣ ਦੀ ਲੋੜ ਨਹੀਂ ਸੀ ਆਪਣੀ ਸਟੇਟਮੈਂਟ ਦੇ ਵਿੱਚ। 10 ਅਪ੍ਰੈਲ ਨੂੰ ਜਿਹੜਾ ਹੈ ਚੱਕਾ ਜਾਮ ਕੀਤਾ ਗਿਆ ਸੀਗਾ, ਉਹਨਾਂ KMP ਰੋਡ ਨੂੰ ਜਿਹੜਾ ਜਾਮ ਕੀਤਾ ਗਿਆ ਸੀਗਾ, ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਜਿਹੜਾ KMP ਰੋਡ ਸੀ ਉਹ 10 ਤਰੀਕ ਨੂੰ ਜਾਮ ਕੀਤਾ ਗਿਆ ਸੀ। ਮੈਂ ਇੱਥੇ ਲੱਖੇ ਬਾਈ ਜੀ ਦੀ ਗੱਲ ਕਰੂੰਗੀ। ਜਿਹੜਾ ਲੱਖਾ ਬਾਈ ਜੀ ਆ ਉਹ 10 ਤਰੀਕ ਨੂੰ ਉੱਥੇ ਪਹੁੰਚਿਆ KMP ਰੋਡ ਜਾਮ ਕਰਨ ਦੇ ਵਿੱਚ। ਤੇ ਫਿਰ ਦੂਸਰੀ ਗੱਲ, ਜੇ ਦੀਪ ਸਿੱਧੂ ਨੇ ਜਿਹੜੀ ਸਟੇਟਮੈਂਟ ਦਿੱਤੀ ਆ, ਮੈਂ ਉਹਨੂੰ ਕਹਿਣੀ ਆ ਵੀ ਜਿਹੜੀ ਦੀਪ ਸਿੱਧੂ ਨੇ 8 ਤਰੀਕ ਨੂੰ ਸਟੇਟਮੈਂਟ ਦਿੱਤੀ ਆ, ਉਹਦੇ ਵਿੱਚ ਕਿਹਾ ਵੀ ਮੈਂ ਕਿਸਾਨਾਂ ਦੇ ਨਾਲ ਨਹੀਂ ਹੈਗਾ, ਪਰ ਜੇ ਉਹਦੇ ਤੇ ਕੋਈ ਵੀ ਕੇਸ ਹੋ ਗਿਆ ਜਾਂ ਉਹਦੇ ਤੇ ਕੇਸ ਹੋਇਆ ਜਿਹੜਾ 26 ਤਰੀਕ ਤੋਂ ਬਾਅਦ, ਜਾਂ ਤਾਂ ਉਹ ਫਿਰ ਡਰ ਗਿਆ, ਕਿਉਂਕਿ ਜੇ ਲੱਖਾ ਬਾਈ ਆ ਜਿਹੜਾ, ਜੇ ਆਪਾਂ ਉਹਨੂੰ ਉਹਦੇ ਨਾਲ ਕੰਪੇਅਰ ਕਰੀਏ, ਲੱਖੇ ਬਾਈ ਸ਼ੁਰੂ ਤੋਂ ਹੀ ਖੜਾ
ਕਿਸਾਨੀ ਮੋਰਚੇ ਦੇ ਨਾਲ ਤੇ ਉਹ ਅੱਜ ਵੀ ਖੜਦਾ ਆ ਰਿਹਾ। ਤੇ ਮੈਂ ਇਹ ਚੀਜ਼ ਨੂੰ ਇਹੀ ਦੇਖਦੀ ਹਾਂ ਵੀ ਜੇ KMP ਰੋਡ ਆ ਜਿਹੜੀ ਉਹ ਜਾਮ ਕੀਤੀ ਆ, ਇਹਦੇ ਨਾਲ ਦੂਸਰੀ ਗੱਲ ਆ ਜਿਹੜਾ ਸਰਕਾਰ ਤੇ ਬਹੁਤ ਅਸਰ ਹੋਊਗਾ, ਕਿਉਂਕਿ ਦਿੱਲੀ ਨੂੰ ਜਾਣ ਵਾਲੇ ਰਸਤੇ ਆ ਉਹ ਬੰਦ ਕੀਤੇ ਗਏ ਨੇ ਤੇ ਜਿਹੜਾ ਸਾਡਾ ਮੋਰਚਾ ਉਹ ਏਕੇ ਦਾ ਸੰਕੇਤ ਦਿੰਦਾ, ਲੋਕ ਉੱਥੇ ਵੱਧ ਤੋਂ ਵੱਧ ਪਹੁੰਚੇ ਨੇ ਤੇ ਇਹਦੇ ਵਿੱਚ ਲੱਖੇ ਬਾਈ ਜੀ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ, ਜਿਹੜਾ ਕਿ ਆਪਣੇ ਯੂਥ ਨੂੰ ਇੱਕ ਸਹੀ ਦਿਸ਼ਾ ਦੇ ਵਿੱਚ ਲੈ ਕੇ ਆਂਦਾ ਵੀ ਆਪਾਂ ਨੂੰ ਸਾਡੇ ਕਿਸਾਨੀ ਅੰਦੋਲਨ ਦੇ ਨਾਲ ਜੁੜਨਾ ਚਾਹੀਦਾ, ਕਿਉਂਕਿ ਇਹ ਸਾਡੀ ਦਿਖਾਵੇ ਦੀ ਲੜਾਈ ਨਹੀਂ, ਇਹ ਸਾਡੀ ਜਿਹੜੀ ਲੜਾਈ ਆ ਉਹ ਹੱਕ ਸੱਚ ਦੀ ਲੜਾਈ ਆ। ਜੀ, ਜਿਵੇਂ ਤੁਸੀਂ ਲੱਖਾ ਸਿਧਾਣਾ ਦੀ ਗੱਲ ਕੀਤੀ ਆ, ਪਹਿਲਾਂ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਵੱਖ ਕਰ ਦਿੱਤਾ ਗਿਆ ਸੀ ਮੋਰਚੇ ਤੋਂ, ਬਾਅਦ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਨਹੀਂ, ਲੱਖਾ ਸਿਧਾਣਾ ਨੂੰ ਸਟੇਜ ਤੋਂ ਬੋਲਣ ਦਿੱਤਾ ਜਾਏਗਾ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਦੋਂ 26 ਤਰੀਕ ਵਾਲਾ ਹੋਇਆ ਸੀਗਾ, ਸਾਰਾ ਜਿਹੜੀ ਹਿੰਸਾ ਹੋਈ ਸੀ, ਉਹਦੇ ਵਿੱਚ ਦੀਪ ਸਿੱਧੂ ਦੇ ਨਾਲ ਲੱਖੇ ਸਿਧਾਣੇ ਨੂੰ ਵੀ ਕੰਪੇਅਰ ਕੀਤਾ ਗਿਆ ਸੀ। ਉਹਦੇ ਵਿੱਚ ਕਿਵੇਂ ਸੀ, ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਹੋ ਗਿਆ ਸੀ ਵੀ ਜਿਹੜੀ 5 ਮੈਂਬਰੀ ਕਮੇਟੀ ਬਣਾਈ ਗਈ ਆ, ਉਹਦੇ ਵਿੱਚ ਲੱਖਾ ਸਿਧਾਣਾ ਵੀ ਸ਼ਾਮਲ ਆ ਤੇ ਦੂਸਰੀ ਗੱਲ, ਲੱਖੇ ਸਿਧਾਣੇ ਨੇ ਕਿਸੇ ਨੂੰ ਭੜਕਾਊ ਭਾਸ਼ਣ ਦੇ ਕੇ ਭੜਕਾਇਆ ਨਹੀਂ ਤੇ ਨਾ ਹੀ ਲਾਲ ਕਿਲੇ ਤੇ ਲੈ ਕੇ ਗਏ। ਤੇ ਤੀਸਰੀ ਇਹਦੇ ਵਿੱਚ ਇਦੋਂ ਮੈਂ ਕਹਿਣਾ ਚਾਹੂੰਗੀ ਵੀ ਜਿਹੜਾ ਲੱਖਾ ਸਿਧਾਣਾ ਉਹ ਵਾਕਈ ਹਮਦਰਦੀ ਆ, ਕਿਉਂਕਿ ਉਹਨੇ ਯੂ ਟਰਨ ਨਹੀਂ ਮਾਰਿਆ। ਮੇਨ ਮੁੱਦੇ ਦੀ ਗੱਲ ਕੀ ਆ ਆਪਣੀ, ਦੀਪ ਸਿੱਧੂ ਨੇ ਆਪਣੀ 8 ਅਪ੍ਰੈਲ ਦੀ ਸਟੇਟਮੈਂਟ ਜਿਹੜਾ ਯੂ ਟਰਨ ਮਾਰਿਆ, ਉਹਦੇ ਵਾਂਗਰਾਂ ਲੱਖੇ ਬਾਈ ਜੀ ਨੇ ਯੂ ਟਰਨ ਮਾਰ ਕੇ ਕਿਸਾਨੀ ਅੰਦੋਲਨ ਨੂੰ ਵੱਖ ਕਰਨ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਇਹ ਕਿਹਾ ਵੀ ਕਿਸਾਨਾਂ ਦੇ ਨਾਲ ਖੜੋ, ਸਾਨੂੰ ਅੱਜ ਲੋੜ ਆ, ਕੋਈ ਵੀ ਪਰਸਨ ਆ, ਸਾਨੂੰ ਹਰ ਇੱਕ ਦੀ ਲੋੜ ਆ। ਸੋ ਇਸੇ ਕਰਕੇ ਤਾਂ ਕਿ ਸਾਡੇ ਯੂਥ ਸਮਝੇ, ਸਾਡੇ ਬਾਈ ਜੀ ਨਾਲ ਬਹੁਤ ਸਾਰਾ ਯੂਥ ਜੁੜਿਆ, ਸਾਡਾ ਯੂਥ ਆ ਜਿਹੜਾ ਉਹ ਸਹੀ ਦਿਸ਼ਾ 'ਚ ਜਾਵੇ, ਇਸੇ ਕਰਕੇ ਜਿਹੜਾ ਕਿਸਾਨਾਂ ਨੇ ਉਹਨਾਂ ਨੂੰ ਸੋਚਿਆ ਵੀ ਉਹਨਾਂ ਨੂੰ ਆਪਣੇ ਮੋਰਚੇ ਦੇ ਵਿੱਚ ਜਗ੍ਹਾ ਦੁਬਾਰਾ ਤੋਂ ਦੇਣਾ ਚਾਹੁੰਦੇ ਆ, ਕਿਉਂਕਿ ਗਲਤੀ ਕਿਤੇ ਨਾ ਕਿਤੇ ਆ ਜਿਹੜੀ ਉਹ ਵਿਚਾਰਾਂ ਕਰਕੇ ਹੋਈ ਆ। ਸੋ ਇਹ ਗਲਤੀ ਨੂੰ ਸੁਧਾਰਿਆ ਵੀ ਜਾ ਸਕਦਾ। ਸਾਡੇ ਜਿਹੜੇ ਉਗਰਾਹਾਂ ਸਾਹਿਬ ਜੀ ਲੀਡਰ ਨੇ, ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਜੀ, ਉਹਨਾਂ ਨੇ ਤਾਂ ਇਹ ਵੀ ਕਿਹਾ ਜੇ ਸਾਡੇ ਦੀਪ ਸਿੱਧੂ ਵੀ ਆ ਜੇ, ਅਸੀਂ ਉਹਨੂੰ ਵੀ ਇਸ ਮੋਰਚੇ ਦੇ ਵਿੱਚੋਂ ਗ੍ਰਿਫਤਾਰ ਨਹੀਂ ਹੋਣ ਦਿੰਦੇ। ਸੋ ਸਾਡੀ ਨਾ ਤਾਂ ਦੀਪ ਸਿੱਧੂ ਨਾਲ ਲੜਾਈ ਆ ਤੇ ਨਾ ਸਾਡੀ ਲੱਖੇ ਸਿਧਾਣੇ ਨਾਲ ਲੜਾਈ ਆ। ਸਾਡੀ ਸਿਰਫ ਲੜਾਈ ਇਹ ਆ ਵੀ ਸਾਡੇ ਜਿਹੜੇ 3 ਬਿੱਲ ਨੇ ਜਿਹੜੇ ਸਰਕਾਰ ਨੇ ਪਾਸ ਕੀਤੇ ਆ, ਅਸੀਂ ਉਹਨਾਂ ਨੂੰ ਇਕਜੁੱਟ ਹੋ ਕੇ ਹਰਾਉਣਾ। ਤੇ ਸਾਡੀ ਬੇਨਤੀ ਇਹ ਆ ਵੀ ਜਿਹੜੇ ਉਹ ਇਹ ਸਟੇਟਮੈਂਟ ਦੇ ਰਹੇ ਨੇ, ਸਾਡੇ ਯੂਥ ਨੂੰ ਇੱਕ ਸਹੀ ਆ ਜਿਹੜੀ ਉਹ ਦਿਸ਼ਾ ਵੱਲ ਲਿਜਾਣ, ਗਲਤ ਦਿਸ਼ਾ ਵੱਲ ਨਾ ਲਿਜਾਣ। ਜੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਐਡਵੋਕੇਟ ਰਮਨਦੀਪ ਕੌਰ ਹੋਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ, ਜੋ ਦੀਪ ਸਿੱਧੂ ਹੋਰਾਂ ਨੇ ਆਪਣੇ ਵਕੀਲ ਦੇ ਜ਼ਰੀਏ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਸੀ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।